हेलो एवरीवन, वेलकम और वेलकम बैक टू माय चैनल बीए ਸਮੈਸਟਰ 6 ਸੋਸ਼ੀਓਲੋਜੀ ਦੀ ਵੀਡੀਓ ਸੀਰੀਜ਼ ਲੈ ਕੇ ਮੈਂ ਹਾਜ਼ਰ ਹਾਂ। ਆਪਾਂ 1 ਬਾਏ 1 ਟੌਪਿਕਸ ਨੂੰ ਚੈਪਟਰਸ ਨੂੰ ਕਵਰ ਕਰ ਰਹੇ ਹਾਂ। ਸੋ ਜਿਨ੍ਹਾਂ ਨੇ ਪ੍ਰੀਵੀਅਸ ਵੀਡੀਓ ਚੈੱਕ ਨਹੀਂ ਕੀਤੀਆਂ ਚੈੱਕ ਆਊਟ ਜ਼ਰੂਰ ਕਰਿਓ, ਕਿਉਂਕਿ ਤੁਹਾਨੂੰ ਅਗਰ ਇਹ ਚੈਪਟਰ ਸਮਝਣਾ ਤਾਂ ਤੁਹਾਨੂੰ ਪਿਛਲੀਆਂ ਵੀਡੀਓਜ਼ ਵੀ ਸਮਝਣੀਆਂ ਪੈਣਗੀਆਂ, ਕਿਉਂਕਿ ਆਪਾਂ ਸੋਸ਼ਲ ਸਾਇੰਸ ਰਿਸਰਚ ਮੈਥਡਸ ਵਾਲਾ ਪੇਪਰ ਕਰ ਰਹੇ ਹਾਂ। ਸੋ ਉਸ ਦੇ ਵਿੱਚ ਆਪਾਂ ਨੇ ਸੋਸ਼ਲ ਰਿਸਰਚ ਯਾਨੀ ਕਿ ਸਮਾਜਿਕ ਖੋਜ ਕਰਨੀ ਹੈ। ਉਹ ਕਿੱਦਾਂ ਕਰਨੀ ਹੈ, ਕਿਹੜੇ ਕਿਹੜੇ ਸਟੈਪਸ ਫੋਲੋ ਕਰਨੇ ਆ, ਹਾਈਪੋਥੇਸਿਸ ਕਿੱਦਾਂ ਬਣਾਉਣੇ ਨੇ, ਡਾਟਾ ਕਲੈਕਸ਼ਨ ਦੇ ਲਈ ਟੈਕਨੀਕਸ ਕਿਹੜੀਆਂ ਯੂਜ਼ ਕਰਨੀਆਂ ਨੇ, ਉਹ ਸਾਰੀਆਂ ਸਾਨੂੰ ਪਤਾ ਹੋਣੀਆਂ ਚਾਹੀਦੀਆਂ। ਅਤੇ ਨਾਲ ਹੀ ਦੋਸਤੋ BA ਸਮੈਸਟਰ 2, 4 ਅਤੇ 6 ਦੇ ਵਿਦਿਆਰਥੀਆਂ ਨੂੰ ਚੈਨਲ ਜ਼ਰੂਰ ਸ਼ੇਅਰ ਕਰਿਓ ਅਤੇ ਨਾਲ ਹੀ ਜਿਹੜਾ ਹੈਗਾ ਟੈਲੀਗ੍ਰਾਮ ਚੈਨਲ ਨੂੰ ਵੀ ਫੋਲੋ ਕਰ ਲਿਓ। ਕਾਫੀ ਸਾਰੇ ਸਬਜੈਕਟਸ ਦੀ ਤਿਆਰੀ ਮੈਂ ਆਪਣੇ ਚੈਨਲ ਦੇ ਉੱਤੇ ਕਰਵਾ ਰਹੀ ਹਾਂ, ਸੋ ਦੱਬ ਕੇ ਚੈਨਲ ਨੂੰ ਸ਼ੇਅਰ ਕਰਿਓ। ਸੋ ਸੈਂਪਲਿੰਗ ਜਿਹੜਾ ਹੈਗਾ, ਸੈਂਪਲ ਜਾਣਦੇ ਹੋ ਨਾ ਕਿ ਸੈਂਪਲ, ਠੀਕ ਹੈ, ਸੈਂਪਲ ਦਾ ਮਤਲਬ ਹੁੰਦਾ ਹੈ ਕਿ ਅਸੀਂ ਅਗਰ ਕੋਈ ਕੰਮ ਕਰਨਾ ਹੈ ਤਾਂ ਅਸੀਂ ਕਿੱਥੇ ਕੰਮ ਕਰਨਾ ਹੈ। ਸੋਸ਼ਲ ਸਾਇੰਸ ਰਿਸਰਚ ਮੈਥਡ ਦੇ ਵਿੱਚ ਅਗਰ ਅਸੀਂ ਸੋਸ਼ਲ ਰਿਸਰਚ ਦਾ ਟੌਪਿਕ ਲੱਭਣਾ ਹੈ ਤਾਂ ਸਾਡੇ ਲਈ ਸੈਂਪਲ ਕਿਹੜਾ ਹੋਣਾ ਚਾਹੀਦਾ। ਸਭ ਤੋਂ ਪਹਿਲਾਂ ਤਾਂ ਇਹ ਚੀਜ਼ ਡਿਪੈਂਡ ਕਰੇਗੀ ਕਿ ਸਾਡਾ ਟੌਪਿਕ ਕੀ ਹੈ। ਲਾਈਕ ਮੇਰਾ ਟੌਪਿਕ ਸੀਗਾ ਐਮਫਿਲ ਦੇ ਵਿੱਚ ਕਿ ਗੌਰਮੈਂਟ ਸੀਨੀਅਰ ਸੈਕੰਡਰੀ ਜਿਹੜੀ ਹੈਗੀਆਂ ਸਕੀਮਸ ਦੇ ਬਾਰੇ ਜਾਣਨਾ, ਕਿ ਗੌਰਮੈਂਟ ਜਿਹੜੀ ਹੈਗੀ ਹੈ ਸੀਨੀਅਰ ਸੈਕੰਡਰੀ ਸਕੂਲਸ ਦੇ ਵਿੱਚ ਕਿਹੜੇ ਕਿਹੜੇ ਬੱਚਿਆਂ ਨੂੰ ਲਾਭ ਦੇ ਰਹੀ ਹੈ, ਕਿਹੜੇ ਕਿਹੜੇ ਬੱਚਿਆਂ ਨੂੰ ਕਿਹੜੇ ਕਿਹੜੇ ਲਾਭ, ਕਿਹੜੀਆਂ ਕਿਹੜੀਆਂ ਸਕੀਮਸ ਮਿਲ ਰਹੀਆਂ। ਹਾਂ ਦੇਖੋ, ਮੈਂ ਚੁਣਿਆ ਸੀਗਾ ਕਿ ਪੂਰੇ ਪੰਜਾਬ ਦੇ ਸਕੂਲਸ ਦਾ ਜਿਹੜਾ ਹੈਗਾ ਪੋਸੀਬਿਲਿਟੀ ਨਹੀਂ ਹੈਗੀ ਆ, ਕਿਉਂਕਿ ਆਪਾਂ ਜਰਨਲਾਈਜ਼ ਕਰਦੇ ਹਾਂ ਸੋਸ਼ੀਓਲੋਜੀ 'ਚ। ਤਾਂ ਮੈਨੇ ਕੀ ਕੀਤਾ, ਪਟਿਆਲੇ ਜ਼ਿਲ੍ਹੇ ਦੇ ਵਿੱਚ, ਠੀਕ ਹੈ, ਪਟਿਆਲੇ ਜ਼ਿਲ੍ਹੇ ਦੇ ਵਿੱਚ ਸਕੂਲ ਚੁਣੇ। ਫਿਰ ਮੇਰੇ ਸਾਹਮਣੇ ਇੱਕ ਹੋਰ ਇਸ਼ੂ ਸੀਗਾ ਕਿ ਤੁਸੀਂ ਪੇਂਡੂ ਸਕੂਲ ਚੁਣਨੇ ਜਾਂ ਸ਼ਹਿਰੀ, ਕਿਹੜੇ ਕਿਹੜੇ ਏਰੀਆਜ਼ ਬਲਾਕ ਦੇ ਵਿੱਚ ਚੁਣਨੇ ਆ, ਠੀਕ ਆ। ਤਾਂ ਮੈਂ ਜਿਹੜਾ ਸੀਗਾ ਪਟਿਆਲਾ ਬਲਾਕ ਚੁਣਿਆ। ਪਟਿਆਲਾ ਬਲਾਕ ਦੇ ਵਿੱਚ ਲਾਈਕ ਨਾਭਾ ਹੋ ਗਿਆ, ਸਮਾਣਾ ਹੋ ਗਿਆ, ਪਾਤੜਾ ਹੋ ਗਿਆ, ਠੀਕ ਹੈ। ਸੋ ਨਾਲ ਹੀ ਆਪਣਾ ਪਟਿਆਲਾ ਸਿਟੀ ਹੋ ਗਿਆ, ਅਤੇ ਨਾਲ ਹੀ ਆਪਣਾ ਜਿਹੜਾ ਹੈਗਾ ਇਹਦੇ ਵਿੱਚ ਨਾਭਾ, ਸਮਾਣਾ, ਪਾਤੜਾ ਅਤੇ ਆਪਣਾ ਹੋ ਗਿਆ ਪਟਿਆਲਾ। ਇਹ ਚਾਰ ਜਿਹੜੇ ਸੀਗੇ ਬਲਾਕ ਆਪਾਂ ਚੁਣ ਲਏ, ਠੀਕ ਹੈ। 5-4 ਬਲਾਕ ਜਿੰਨੇ ਵੀ ਆਪਾਂ ਚੁਣ ਲਏ। ਇਸ ਦੇ ਵਿੱਚ ਆਪਾਂ ਨੇ ਇਹ ਚੁਣਿਆ ਕਿ ਸੀਨੀਅਰ ਸੈਕੰਡਰੀ ਦੇ ਬੱਚੇ ਚੁਣਨੇ ਨੇ ਕਿ ਸੈਕੰਡਰੀ ਦੇ। 9th 10th ਵਾਲੇ ਹੋ ਗਏ ਆਪਣੇ ਸੈਕੰਡਰੀ ਅਤੇ +1 +2 ਵਾਲੇ ਹੋ ਗਏ ਸਾਡੇ ਸੀਨੀਅਰ ਸੈਕੰਡਰੀ। ਤਾਂ ਮੈਂ ਇਹ ਚਾਰੋਂ ਕਲਾਸਿਸ ਦੇ ਬੱਚੇ ਚੁਣੇ। ਇਹਦੇ ਵਿੱਚ ਇਕੱਲੇ ਮੇਲਸ ਵਾਲੇ ਸਕੂਲ ਦੇਖਣੇ ਨੇ, ਮੇਲਸ ਚੁਣਨੇ ਨੇ, ਜਾਂ ਫੀਮੇਲਸ ਵੀ ਦੇਖਣੇ। ਤਾਂ ਮੈਂ ਮੇਲਸ ਅਤੇ ਫੀਮੇਲ ਦੋਨੋਂ ਲਈਆਂ। ਹਰੇਕ ਕਲਾਸ ਦੇ ਵਿੱਚੋਂ 2 ਲੜਕੇ ਅਤੇ 2 ਲੜਕੀਆਂ। ਲਾਈਕ ਕਲਾਸ 9th ਦੇ ਵਿੱਚੋਂ ਵੀ 4 ਬੱਚੇ, 2 ਗਰਲਸ ਅਤੇ 2 ਬॉयਜ਼। 10th ਦੇ ਵਿੱਚੋਂ ਵੀ 4 ਬੱਚੇ, 2 ਬॉयਜ਼ 2 ਗਰਲਸ। +1 ਦੇ ਵਿੱਚ ਵੀ 4 ਬॉयਜ਼ 4 ਗਰਲਸ। +2 ਦੇ ਵਿੱਚ ਵੀ 4 ਬॉयਜ਼ ਅਤੇ 4 ਗਰਲਸ। ਅਤੇ ਮੈਂ ਕੋ-ਐਡ ਸਕੂਲ ਜਿਹੜੇ ਨੇ ਉਹ ਚੁਣੇ। ਤਾਂ ਇੱਦਾਂ ਜਿਹੜਾ ਸੀਗਾ ਮੈਂ ਤਕਰੀਬਨ 12 ਸਕੂਲਸ ਦੇ ਵਿੱਚ ਜਿਹੜਾ ਸੀਗਾ ਕੰਮ ਕਰਿਆ। ਸੋ ਇੱਦਾਂ ਜਿਹੜਾ ਹੈ ਸਾਨੂੰ ਸੈਂਪਲ ਚੁਣਨਾ ਪੈਂਦਾ ਕਿ ਕਿਹੜਾ ਅਸੀਂ ਏਰੀਆ ਲੈਣਾ, ਕਿੱਥੇ ਅਸੀਂ ਰਿਸਰਚ ਕਰਨੀ ਹੈ, ਮੇਲਸ 'ਤੇ ਕਰਨੀ ਹੈ, ਫੀਮੇਲਸ 'ਤੇ ਕਰਨੀ ਹੈ, ਜਾਂ ਟੀਚਰਸ 'ਤੇ ਕਰਨੀ ਹੈ, ਜਾਂ ਸਿਰਫ ਪ੍ਰਿੰਸੀਪਲਸ 'ਤੇ ਕਰਨੀ ਹੈ। ਤਾਂ ਸਾਨੂੰ ਆਪਣਾ ਸੈਂਪਲ ਚੁਣਨਾ ਪੈਂਦਾ ਹੈ। ਹੁਣ ਇਹ ਸਾਰਾ ਹੋ ਗਿਆ ਸਾਡਾ ਯੂਨੀਵਰਸ। ਯੂਨੀਵਰਸ ਅਸੀਂ ਸਾਰਾ ਹੀ, ਯੂਨੀਵਰਸ ਦਾ ਮਤਲਬ ਹੁੰਦਾ ਇਹ ਸਾਰਾ ਜਿਹੜੀ ਹੈ ਸਾਡੀ ਸੁਸਾਇਟੀ, ਇਹਦੇ ਵਿੱਚੋਂ ਕਿਹੜੇ ਏਰੀਆ ਅਸੀਂ ਚੁਣਨਾ ਉਸ ਨੂੰ ਅਸੀਂ ਸੈਂਪਲ ਲੈ ਲੈਂਦੇ ਹਾਂ। ਤਾਂ ਸੈਂਪਲਿੰਗ ਜਿਹੜੀ ਹੈ ਸਮਾਜਿਕ ਖੋਜ ਦੀ ਬਹੁਤ ਅਹਿਮੀਅਤ ਹੈ, ਕਿਉਂਕਿ ਜਦੋਂ ਵੀ ਕੋਈ ਸਮਾਜਿਕ ਖੋਜੀ ਰਿਸਰਚਰ ਹੁੰਦਾ, ਖੋਜ ਕਰਨਾ ਚਾਹੁੰਦਾ, ਤਾਂ ਇਹ ਗੱਲਾਂ ਦਾ ਫੈਸਲਾ ਕਰਦਾ ਹੈ ਕਿ ਉਸਦੇ ਅਧਿਐਨ ਦਾ ਸਕੋਪ ਮਤਲਬ ਖੇਤਰ ਕੀ ਹੋਏਗਾ ਅਤੇ ਉਸਦਾ ਜਿਹੜਾ ਹੈ ਯੂਨੀਵਰਸ ਕੀ ਹੋਏਗਾ। ਕਿਉਂਕਿ ਜਿਹੜੇ ਵੀ ਕੁੱਲ ਸਮੂਹ ਜਿਨ੍ਹਾਂ 'ਤੇ ਅਧਿਐਨ ਕਰਨਾ ਉਸਦਾ ਯੂਨੀਵਰਸ ਕਹਾਉਂਦਾ ਹੈ, ਕਿਉਂਕਿ ਉਹਦੇ ਕੋਲ ਅਗਰ ਪੈਸਾ, ਸਮਾਂ, ਸਾਧਨ ਨੇ, ਸਮਰੱਥਾ ਹੈ, ਤਾਂ ਉਹ ਜਿਹੜਾ ਹੈ ਆਪਣਾ ਕਾਫੀ ਸਾਰੇ ਬ੍ਰਹਿਮੰਡ ਜਿਹੜਾ ਆਪਣਾ ਯੂਨੀਵਰਸ ਹੈ ਉਸ 'ਚ ਕਾਫੀ ਕੁਝ ਜਿਹੜਾ ਸ਼ਾਮਿਲ ਕਰ ਲੈਂਦਾ। ਤਾਂ ਲਾਈਕ ਅਗਰ ਬਹੁਤ ਵੱਡੇ ਲੈਵਲ 'ਤੇ ਕਰਨਾ ਤਾਂ ਉਹ ਵੱਡਾ ਯੂਨੀਵਰਸ ਚੱਕਦਾ ਹੈ, ਸੈਂਪਲ ਚੱਕਦਾ। ਅਗਰ ਛੋਟੇ 'ਤੇ ਕਰਨਾ ਤਾਂ ਛੋਟਾ ਯੂਨੀਵਰਸ। ਲੇਕਿਨ ਜਿਹੜਾ ਹੈ ਵੱਡੇ ਯੂਨੀਵਰਸ 'ਤੇ ਕਰਨ ਲਈ ਅਸੀਂ ਕੀ ਹੈਗੇ, ਇੰਨੀ ਪੋਸੀਬਿਲਿਟੀ ਨਹੀਂ ਹੁੰਦੀ ਕਿ ਹਰੇਕ ਕੋਲੇ ਪੈਸਾ ਨਹੀਂ ਹੈ, ਟਾਈਮ ਨਹੀਂ ਹੈ। ਤਾਂ ਆਪਾਂ ਕੀ ਕਰਦੇ ਹਾਂ, ਪੂਰੇ ਯੂਨੀਵਰਸ ਦੇ ਵਿੱਚੋਂ ਕੁਝ ਕੁ ਜਿਹੜਾ ਹੈ ਸੈਂਪਲ ਅਸੀਂ ਚੱਕ ਲੈਂਦੇ ਹਾਂ ਅਤੇ ਸਾਰੇ ਦੇ ਉੱਤੇ ਇਸ ਨੂੰ ਲਾਗੂ ਕਰ ਦਿੰਦੇ ਹਾਂ ਕਿ ਅਗਰ ਪਟਿਆਲੇ ਜ਼ਿਲ੍ਹੇ ਦੇ ਵਿੱਚ ਸਕੂਲਾਂ ਦਾ ਆਹ ਹਾਲ ਹੈ ਤਾਂ ਸਾਰੇ ਪੰਜਾਬ ਦੇ ਵਿੱਚ ਸਕੂਲਾਂ ਦਾ ਆਹ ਹਾਲ ਹੋਊਗਾ। ਪੇਂਡੂ ਸਕੂਲਾਂ ਦਾ ਬੁਰਾ ਹਾਲ ਹੈ ਜਾਂ ਸ਼ਹਿਰੀ ਸਕੂਲਾਂ ਦਾ ਬੁਰਾ ਹਾਲ ਹੈ, ਠੀਕ ਹੈ। ਸੋ ਅਸੀਂ ਜਿਹੜਾ ਹੈ ਇਹ ਐਦਾਂ ਸੈਂਪਲ ਚੁਣ ਲਾਂਗੇ। ਤਾਂ ਇਸ ਕਰਕੇ ਜਿਹੜਾ ਹੈਗਾ ਅਸੀਂ ਆਪਣੇ ਹੋਲ ਯੂਨੀਵਰਸ ਨੂੰ, ਸਾਰੇ ਯੂਨੀਵਰਸ ਦੇ ਵਿੱਚੋਂ ਕੁਝ ਕੁ ਜਿਹੜੇ ਹੈ ਸਾਨੂੰ ਚੁਣੇ ਹੋਏ ਹਿੱਸੇ, ਲਾਈਕ ਮੈਂ ਪਟਿਆਲਾ ਚੁਣਿਆ, ਤਾਂ ਮੈਂ ਪਟਿਆਲੇ ਦੇ ਜਿਹੜਾ ਹੈਗਾ ਏਰੀਆ ਦੇ ਉੱਤੇ ਜਿਹੜੀ ਹੈਗੀ ਹੈ ਸਟੱਡੀ ਕਰਾਂਗੀ। ਤਾਂ ਇਸ ਨੂੰ ਅਸੀਂ ਕੀ ਕਹਿੰਦੇ ਹਾਂ, ਸੈਂਪਲ ਲੈਣਾ। ਜਦੋਂ ਪੂਰੇ ਸਮੂਹ ਦੇ ਵਿੱਚੋਂ ਕੁਝ ਕੁ ਇਕਾਈਆਂ ਜਿਹੜੀਆਂ ਹੈ ਅਧਿਐਨ ਲਈ, ਸਟੱਡੀ ਲਈ ਚੁਣ ਲਈਆਂ ਜਾਂਦੀਆਂ ਨੇ, ਸੋਸ਼ਲ ਰਿਸਰਚ ਲਈ ਚੁਣ ਲਈਆਂ ਜਾਂਦੀਆਂ, ਤਾਂ ਉਸ ਨੂੰ ਅਸੀਂ ਸੈਂਪਲ ਕਹਿੰਦੇ ਹਾਂ। ਜਿਵੇਂ ਲਾਈਕ ਅਸੀਂ ਸੈਂਪਲ ਦਾ ਮੀਨਿੰਗ ਆਪਾਂ ਕੱਪੜੇ ਦਾ ਸੈਂਪਲ ਇਹ ਉਹ ਚੁਣਦੇ, ਲੇਕਿਨ ਜਿਹੜਾ ਹੈ ਸੋਸ਼ਲ ਸਾਇੰਸ ਦਾ ਜਿਹੜਾ ਸੈਂਪਲ ਹੈ ਉਹ ਡਿਫਰੈਂਟ ਹੈ। ਮਤਲਬ ਪੂਰੀ ਸੁਸਾਇਟੀ 'ਚੋਂ ਅਸੀਂ ਆਪਣਾ ਏਰੀਆ ਚੁਣਦੇ ਹਾਂ ਕਿ ਸਾਡਾ ਇੰਟਰਸਟ ਕਿਹੜੇ ਏਰੀਏ 'ਚ ਹੈ,
ਇਹ ਵਾਲੀ ਸਟੱਡੀ ਉੱਥੇ ਕੰਮ ਕਰੇਗੀ, ਇੱਥੇ ਇਹ ਵਾਲੀ ਪ੍ਰੋਬਲਮ ਹੈ ਜਾਂ ਨਹੀਂ ਹੈ। ਠੀਕ ਹੈ ਜੀ। ਸੋ ਸੈਂਪਲਿੰਗ ਦੀਆਂ ਵਿਸ਼ੇਸ਼ ਪਰਿਭਾਸ਼ਾਵਾਂ ਕੀ ਨੇ? ਗੁੱਡ ਅਤੇ ਹੈਡ ਕੈਰੇ ਨੇ ਉਹਨਾਂ ਨੇ ਆਪਣੀ ਬੁੱਕ ਲਿਖੀ ਸੀ ਮੈਥਡਸ ਇਨ ਸੋਸ਼ਲ ਰਿਸਰਚ। ਉਸ ਦੇ ਵਿੱਚ ਉਹਨਾਂ ਨੇ ਲਿਖਿਆ ਸੀ ਕਿ ਸੈਂਪਲ ਜਿਹੜਾ ਹੈ ਇੱਕ ਵਿਸਤ੍ਰਿਤ ਸਮੂਹ ਦਾ ਇੱਕ ਛੋਟਾ ਜਿਹਾ ਪ੍ਰਤੀਨਿਧੀ ਹੈ, ਇੱਕ ਰਿਪਰੈਜ਼ੈਂਟੇਟਿਵ ਹੈ। ਮਤਲਬ ਇੱਕ ਵੱਡੇ ਸਾਰੇ ਗਰੁੱਪ ਨੂੰ ਜਿਹੜਾ ਬੰਦਾ ਰਿਪਰੈਜ਼ੈਂਟ ਕਰਦਾ ਕਿ ਇੱਥੋਂ ਦੀ, ਅਗਰ ਮੈਂ ਦੇਖੋ ਪਟਿਆਲੇ 'ਚ ਪੂਰਾ ਪੰਜਾਬ ਹੈ, ਪੂਰੇ ਪੰਜਾਬ 'ਚ ਅਗਰ ਮੈਂ ਪਟਿਆਲੇ 'ਚ ਸਟੱਡੀ ਕੀਤੀ ਹੈ ਤਾਂ ਪਟਿਆਲਾ ਰਿਪਰੈਜ਼ੈਂਟ ਕਰਦਾ ਪੰਜਾਬ ਨੂੰ ਕਿ ਅਗਰ ਪਟਿਆਲੇ 'ਚ ਇਹ ਹਾਲ ਹੈ ਸਕੂਲਸ ਦਾ ਤਾਂ ਬਾਕੀ ਪੰਜਾਬ ਦੇ ਵਿੱਚ ਵੀ ਇਹੀ ਹਾਲ ਹੋਏਗਾ। ਸੋ ਇੱਦਾਂ ਮੈਂ ਆਪਣਾ ਸੈਂਪਲ ਚੁਣਦੀ ਹਾਂ। ਸੋ ਉਸ ਤੋਂ ਬਾਅਦ ਜੇ ਹੈ ਸੀਨੂ ਪਾਊ ਯੋਂਗ ਦੇ ਸ਼ਬਦਾਂ ਦੇ ਅਨੁਸਾਰ ਇੱਕ ਸਾਂਖਿਅਕੀ ਸੈਂਪਲ ਸੰਪੂਰਨ ਸਮੂਹ ਦਾ ਜਿਹੜਾ ਹੈ ਇੱਕ ਪ੍ਰਤੀਨਿਧਕ ਅੰਸ਼ ਦੇ ਤੌਰ ਤੇ ਕੰਮ ਕਰਦਾ ਹੈ। ਤੋ ਇਹ ਹੋ ਗਿਆ ਸੈਂਪਲ ਦੇ ਵਿੱਚ ਕੀ ਅਰਥ ਹੁੰਦਾ ਹੈ। ਸੈਂਪਲਿੰਗ ਅਤੇ ਸੈਂਪਲ, ਜਿਵੇਂ ਆਪਾਂ ਪਹਿਲਾਂ ਕਿਹਾ ਕਿ ਸੈਂਪਲ ਜਿਹੜਾ ਹੈ, ਸੈਂਪਲ ਅਤੇ ਸੈਂਪਲਿੰਗ ਦੋਵੇਂ ਵੱਖ-ਵੱਖ ਚੀਜ਼ਾਂ। ਸੈਂਪਲ ਤਾਂ ਹੋ ਗਿਆ ਕਿ ਇੱਕ ਕੋਈ ਵੀ ਚੀਜ਼ ਜਿਹੜੀ ਹੈਗੀ ਹੈ ਸੈਂਪਲ ਹੈ, ਲਾਈਕ ਇੱਕ ਛੋਟਾ ਜਿਹਾ ਅੰਸ਼ ਜਿਹੜਾ ਹੈਗਾ ਸੈਂਪਲ ਹੈ, ਇਹਦੇ ਵਿੱਚ ਪੂਰੇ ਸਮੂਰਨ ਸਮੂਹ ਦੀਆਂ ਵਿਸ਼ੇਸ਼ਤਾਵਾਂ ਪਾਈਆਂ ਜਾਂਦੀਆਂ ਨੇ। ਸੈਂਪਲਿੰਗ ਦਾ ਮਤਲਬ ਕੀ ਹੋ ਗਿਆ? ਜਦੋਂ ਸੈਂਪਲ ਜਿਹੜਾ ਹੈ ਇੱਕ ਇਸ ਪ੍ਰਕਿਰਿਆ ਦੀ ਇੱਕ ਉਪਜ ਹੈ। ਸੈਂਪਲਿੰਗ ਦੀ ਉਪਜ ਕੀ ਹੈ? ਇੱਕ ਬੱਚੇ ਵਾਂਗੂ ਕੰਮ ਕਰਦਾ ਹੈ ਸੈਂਪਲ। ਠੀਕ ਹੈ। ਸੋ ਸੈਂਪਲਿੰਗ ਤਾਂ ਹੋ ਗਈ ਕਿ ਅਸੀਂ ਇਸ ਸਮੂਹ ਦੇ ਵਿੱਚੋਂ ਸੈਂਪਲ ਚੁਣਨਾ ਹੈ, ਤਾਂ ਸੈਂਪਲ ਕੀ ਹੈਗਾ? ਸੈਂਪਲਿੰਗ ਹੈ ਵੱਡਾ ਅਤੇ ਸੈਂਪਲ ਹੈ ਛੋਟਾ। ਠੀਕ ਹੈ ਜੀ। ਕਿ ਅਸੀਂ ਅਗਰ ਸੈਂਪਲਿੰਗ ਮਤਲਬ ਅਸੀਂ ਡਾਟਾ ਚੁਣਨਾ ਹੈ, ਇੱਕ ਵੱਡੀ ਸਾਰੀ ਪ੍ਰਕਿਰਿਆ ਹੈ, ਲੇਕਿਨ ਇਹਦੇ ਵਿੱਚੋਂ ਦੀ ਇਹ ਪੂਰੀ ਸੈਂਪਲਿੰਗ ਦੀ ਚੀਜ਼ ਹੈ ਤਾਂ ਅਸੀਂ ਉਹਦੇ ਵਿੱਚ ਥੋੜ੍ਹਾ ਜਿਹਾ ਸੈਂਪਲ ਲੈ ਲਿਆ। ਠੀਕ ਹੈ। ਇਹ ਤਾਂ ਅਸੀਂ ਸੈਂਪਲਿੰਗ ਲਈ ਚੀਜ਼ ਇਕੱਠੀ ਕਰੀ ਹੈ ਤਾਂ ਸੈਂਪਲ ਕਿੰਨਾ ਲਿਆ? ਛੋਟਾ ਜਿਹਾ। ਤਾਂ ਇਸ ਨੂੰ ਅਸੀਂ ਕਹਿੰਦੇ ਹਾਂ ਪੂਰੇ ਦੁੱਧ ਦੇ ਵਿੱਚੋਂ ਅਸੀਂ ਥੋੜ੍ਹਾ ਜਿਹਾ ਜਿਹੜਾ ਹੈਗਾ ਸੈਂਪਲ ਹੀ ਦੁੱਧ ਕੱਢਦੇ ਹਾਂ। ਠੀਕ ਹੈ। ਸੈਂਪਲਿੰਗ ਤਾਂ ਕਰਨੀ ਹੈ, ਪ੍ਰਕਿਰਿਆ ਤਾਂ ਕਰਨੀ ਹੈ, ਲੇਕਿਨ ਕਿਸ 'ਤੇ ਕਰਨੀ ਹੈ? ਥੋੜ੍ਹੇ ਜਿਹੇ ਦੁੱਧ ਦੇ ਪਾਰਟ 'ਤੇ ਕਰਨੀ ਹੈ, ਜਿਵੇਂ ਆਪਾਂ ਦੁੱਧ ਲਈ ਸੈਂਪਲ ਦਿੰਦੇ ਹਾਂ। ਹੁਣ ਸੈਂਪਲਿੰਗ ਦੀਆਂ ਕਿਸਮਾਂ ਵੀ ਹੁੰਦੀਆਂ, ਟਾਈਪਸ ਆਫ ਸੈਂਪਲਿੰਗ। ਜਿਵੇਂ ਮੈਂ ਤੁਹਾਨੂੰ ਪਹਿਲਾਂ ਹੀ ਕਹਿ ਕੇ ਹਟੀਆਂ ਕਿ ਦੋ ਤੁਸੀਂ ਸੈਂਪਲਿੰਗ ਦੇ ਮੈਥਡਸ ਕਰਨੇ ਨੇ, ਪ੍ਰੋਬੇਬਿਲਿਟੀ ਅਤੇ ਨੋਨ ਪ੍ਰੋਬੇਬਿਲਿਟੀ। ਪ੍ਰੋਬੇਬਿਲਿਟੀ ਦਾ ਅਰਥ ਹੈਗਾ ਕਿ ਜਿਹੜੀ ਚੀਜ਼ ਕੀ ਹੈਗੀ ਹੈ ਸੰਭਾਵਿਤ, ਜਿਵੇਂ ਆਪਾਂ ਪ੍ਰੋਬੇਬਿਲਿਟੀ 'ਚ ਕਹਿੰਦੇ ਹਾਂ ਸੰਭਾਵਨਾ ਕਿਸ ਦੀ ਹੈ, ਸੰਭਾਵਿਤ ਇੱਕ ਜਿਹੜੀ ਹੁੰਦੀ ਹੈ ਯੋਜਨਾ ਰਹਿਤ ਹੁੰਦੀ ਹੈ। ਅਸੀਂ ਵੈਸੇ ਹੀ ਜਿਹੜਾ ਅਣਚਾਹੇ ਜਿਹੜਾ ਹੈਗਾ ਪੋਕਟ ਦੇ ਵਿੱਚੋਂ ਦੀ ਅਗਰ ਅਸੀਂ ਗੋਲੀਆਂ ਕੱਢਣੀਆਂ ਨੇ, ਠੀਕ ਹੈ, ਜਾਂ ਫਿਰ ਅਸੀਂ ਲਾਈਕ ਕੈਂਡੀਜ਼ ਕੱਢਣੀਆਂ ਨੇ ਕਿ ਆਪਣੇ ਕੋਲ ਦੋ ਤਰ੍ਹਾਂ ਦੀਆਂ ਕੈਂਡੀਜ਼ ਤਾਂ ਕਿਹੜੀ ਕੈਂਡੀ ਬਾਹਰ ਆਏਗੀ, ਹੈ ਨਾ, ਰੈੱਡ ਵਾਲੀ ਆਏਗੀ ਕਿ ਔਰੇਂਜ ਵਾਲੀ ਆਏਗੀ। ਸੋ ਪ੍ਰੋਬੇਬਿਲਿਟੀ ਸੈਂਪਲਿੰਗ ਕਿਹੜੀ ਹੁੰਦੀ ਹੈ? ਇਹ ਕੁਝ ਕੁ ਪੋਪੂਲੇਸ਼ਨ ਦੇ ਹਰ ਇੱਕ ਅੰਸ਼ ਨੂੰ ਨਿਸ਼ਚਿਤ ਕਰ ਦਿੱਤਾ ਜਾਂਦਾ ਕਿ ਇਸ ਦੇ ਵਿੱਚ ਸੈਂਪਲ ਲਿਆ ਜਾਵੇਗਾ। ਠੀਕ ਹੈ। ਲਾਈਕ ਮੈਂ ਅਗਰ ਪਟਿਆਲਾ ਚੁਣਿਆ ਤਾਂ ਮੈਂ ਪਟਿਆਲੇ ਦੇ ਹਰੇਕ ਸਕੂਲ ਦੇ ਵਿੱਚ ਜਿਹੜਾ ਹੈ ਲਾਈਕ ਸਰਕਾਰੀ ਹਰੇਕ ਸਕੂਲ 'ਚ ਜਾਊਂਗੀ। ਫਾਈਨ। ਤਾਂ ਸਧਾਰਨ ਕੰਮ 'ਚ ਅਸੀਂ ਇਹ ਵੀ ਕਹਿ ਸਕਦੇ ਹਾਂ ਕਿ ਇਸ ਦੇ ਵਿੱਚ ਹਰੇਕ ਅੰਸ਼ ਆਉਣ ਦੀ ਜਿਹੜੀ ਹੈ ਸੰਭਾਵਨਾ ਹੋਏਗੀ, ਪਰ ਕੋਈ ਸ਼ਰਤ ਨਹੀਂ ਹੈਗੀ ਇਹਦੇ ਵਿੱਚ। ਤਾਂ ਪ੍ਰੋਬੇਬਿਲਿਟੀ 'ਚ ਇਹ ਹੋਏਗੀ ਅਗਰ ਪਟਿਆਲਾ ਜਾਂ ਫਿਰ ਲਾਈਕ ਪੰਜਾਬ ਹੀ ਲੈਂਦੇ ਹਾਂ ਕਿ ਪੰਜਾਬ ਏਰੀਆ, ਪੰਜਾਬ ਦੇ ਸਾਰੇ ਸਕੂਲਾਂ ਦੇ ਵਿੱਚੋਂ ਜਿਹੜੇ ਹੈ 2-2 ਬੱਚੇ ਆਪਾਂ ਚੁਣ ਲਈਏ, ਤਾਂ ਇਹ ਹੋ ਗਈ ਪ੍ਰੋਬੇਬਿਲਿਟੀ ਕਿ ਹਰੇਕ ਅੰਸ਼ ਨੂੰ ਅਸੀਂ ਚੁਣ ਲਈਏ। ਨੋਨ ਪ੍ਰੋਬੇਬਿਲਿਟੀ 'ਚ ਕੀ ਹੁੰਦਾ ਹੈਗਾ? ਇਹ ਜਿਹੜਾ ਉੱਪਰ ਵਾਲੀ ਹੈ ਪ੍ਰੋਬੇਬਿਲਿਟੀ, ਇਹ ਹੋ ਗਈ ਯੋਜਨਾ ਰਹਿਤ। ਲੇਕਿਨ ਇਸ ਦੇ ਵਿੱਚ ਕੀ ਹੈਗਾ ਕਿ ਇਹੋ ਜਿਹਾ ਕੋਈ ਤਰੀਕਾ ਨਹੀਂ ਕਿ ਪ੍ਰੋਬੇਬਿਲਿਟੀ ਦਾ ਅੰਦਾਜ਼ਾ ਲਾਇਆ ਜਾਵੇ। ਹਰ ਅੰਸ਼ ਕੋਲ ਮੌਕਾ ਹੁੰਦਾ ਕਿ ਉਹ ਸੈਂਪਲ ਦੀ ਤੌਰ 'ਤੇ ਚੋਣ ਹੋ ਸਕੇ, ਪਰ ਕੋਈ ਪੱਕਾ ਵੀ ਨਹੀਂ ਹੁੰਦਾ। ਠੀਕ ਹੈ। ਇਹਦੇ ਵਿੱਚ ਕੀ ਹੁੰਦਾ? ਅਸੀਂ ਆਪਣੀ ਥੋੜ੍ਹੀ ਜਿਹੀ ਥਿੰਕਿੰਗ ਦੇ ਅਕੋਰਡਿੰਗ, ਆਪਣੀ ਪਰਸਨਲ ਇੰਟਰਸਟ ਦੇ ਅਕੋਰਡਿੰਗ ਨੋਨ ਪ੍ਰੋਬੇਬਿਲਿਟੀ ਦੇ ਵਿੱਚ ਜਿਹੜਾ ਹੈ ਸੈਂਪਲ ਚੁਣ ਸਕਦੇ ਹਾਂ। ਲੇਕਿਨ ਪ੍ਰੋਬੇਬਿਲਿਟੀ 'ਚ ਕਿ ਲੋਟਰੀ ਲੱਗ ਗਈ ਇਹਦੀ ਵੀ, ਇਹ ਸੈਂਪਲ ਜਿਹੜਾ ਹੈ ਚੱਕਿਆ ਗਿਆ। ਸੋ ਇੱਦਾਂ ਚੀਜ਼ ਹੋ ਜਾਂਦੀ ਹੈ। ਤਾਂ ਪ੍ਰੋਬੇਬਿਲਿਟੀ ਸੈਂਪਲਿੰਗ ਜਿਹੜੀ ਹੈਗੀ ਹੈ ਉਸ ਦੀਆਂ ਅੱਗੇ 3 ਕਿਸਮਾਂ ਨੇ, ਸਿੰਪਲ ਰੈਂਡਮ, ਸਟ੍ਰੈਟੀਫਾਈਡ ਰੈਂਡਮ ਸੈਂਪਲ ਅਤੇ ਕਲਸਟਰ ਸੈਂਪਲ। ਅੱਜ ਆਪਾਂ ਆਹ ਤਿੰਨੋਂ ਕਵਰ ਕਰਾਂਗੇ, ਇਹਨਾਂ ਦੀਆਂ ਟਾਈਪਸ ਅਤੇ ਨਾਲ ਹੀ ਇਹਨਾਂ ਦੇ ਮੈਰਿਟਸ ਡੀਮੈਰਿਟਸ। ਤਾਂ ਸਿੰਪਲ ਰੈਂਡਮ ਸੈਂਪਲਿੰਗ ਦਾ ਮਤਲਬ ਕੀ ਹੋ ਗਿਆ? ਆ ਦੇਖੋ ਇੱਥੇ ਚਾਰਟ ਵੀ ਬਣਿਆ ਹੋਇਆ ਕਿ ਸੈਂਪਲਿੰਗ ਦੀਆਂ ਕਿਸਮਾਂ ਕਿਹੜੀਆਂ ਨੇ। ਇੱਕ ਤਾਂ ਹੈ ਪ੍ਰੋਬੇਬਿਲਿਟੀ, ਇੱਕ ਹੈਗੀ ਨੋਨ ਪ੍ਰੋਬੇਬਿਲਿਟੀ। ਪ੍ਰੋਬੇਬਿਲਿਟੀ ਦੇ ਵਿੱਚ ਸਿੰਪਲ ਰੈਂਡਮ ਹੈ, ਸਟ੍ਰੈਟੀਫਾਈਡ ਰੈਂਡਮ ਸੈਂਪਲ ਹੈ, ਕਲਸਟਰ ਸੈਂਪਲ ਹੈ। ਇਸ ਦੇ ਅੱਗੋਂ ਜਿਹੜੀ ਸਿੰਪਲ ਰੈਂਡਮ ਸੈਂਪਲ ਹੈ ਉਹਦੇ ਅੱਗੇ ਲੋਟਰੀ, ਟਿਪਟ ਅਤੇ ਗ੍ਰਿਡ ਸਿਸਟਮ 3 ਮੈਥਡ ਨੇ। ਇਹਨਾਂ ਦੋਨਾਂ ਦੇ ਜਿਹੜੇ ਹੈਗੇ ਨੇ ਕੋਈ ਵੀ ਅੱਗੇ ਮੈਥਡਸ ਨਹੀਂ ਹੈਗੇ, ਟਾਈਪਸ ਨਹੀਂ ਹੈਗੀਆਂ। ਤਾਂ ਇਸ ਦੇ ਵਿੱਚ ਕੀ ਹੈ? ਟਾਈਪਸ ਆਫ ਪ੍ਰੋਬੇਬਿਲਿਟੀ ਸੈਂਪਲਿੰਗ। ਤਾਂ ਆਪਾਂ ਜਿਹੜੀ ਪ੍ਰੋਬੇਬਿਲਿਟੀ ਸੈਂਪਲਿੰਗ ਅੱਜ ਆਪਾਂ ਕਵਰ ਕਰਾਂਗੇ ਸਿੰਪਲ ਰੈਂਡਮ ਸੈਂਪਲ, ਸਟ੍ਰੈਟੀਫਾਈਡ ਰੈਂਡਮ ਸੈਂਪਲ ਅਤੇ ਕਲਸਟਰਡ ਸੈਂਪਲ। ਤਾਂ ਸਿੰਪਲ ਰੈਂਡਮ ਜਿਵੇਂ ਆਪਾਂ ਪਿੱਛੇ ਵੀ ਕੀਤਾ ਹੈ ਕਿ ਲੋਟਰੀ, ਟਿਪਟ ਅਤੇ ਗ੍ਰਿਡ ਸਿਸਟਮ ਇਹਦੀਆਂ ਅੱਗੇ ਟਾਈਪਸ ਹੈ। ਤਾਂ ਸਿੰਪਲ ਰੈਂਡਮ ਸਿਸਟਮ ਦੇ ਵਿੱਚ ਇਹ ਕਿਹਾ ਗਿਆ ਕਿ ਯੂਨੀਵਰਸ ਜਿਹੜਾ ਹੈ ਲਾਈਕ ਪੰਜਾਬ ਜਿਹੜਾ ਹੈ, ਪੰਜਾਬ ਦੇ ਹਰੇਕ ਏਰੀਆ ਨੂੰ ਜਿਹੜਾ ਹੈਗਾ ਉਹਦੇ ਵਿੱਚੋਂ ਸੈਂਪਲ ਚੁਣੇ ਜਾਣ।
ਤਾਂ ਕਿ ਜਿਹੜਾ ਹੈ ਹਰੇਕ ਦਾ ਮਹੱਤਵ ਜਿਹੜਾ ਹੈ ਗਿਣਿਆ ਜਾਏਗਾ ਕਿ ਸਾਰੇ ਸਾਡੇ ਏਰੀਆਜ਼ ਬਰਾਬਰ ਹੈ। ਅਗਰ ਅਸੀਂ ਪੰਜਾਬ ਦੇ ਵਿੱਚ ਗੱਲ ਕਰੀਏ ਤਾਂ ਪੰਜਾਬ ਦੇ ਸਾਰੇ ਸਿਟੀ ਵਿਲੇजेस ਸਾਡੇ ਲਈ ਇੱਕ ਨੇ, ਤਾਂ ਹਰੇਕ ਜਗ੍ਹਾ ਤੋਂ ਜਿਹੜਾ ਹੈ ਸੈਂਪਲ ਚੁਣਿਆ ਜਾਏਗਾ। ਰਿਸਰਚਰ ਦੀ ਇਸ 'ਤੇ ਕੋਈ ਮਰਜ਼ੀ ਨਹੀਂ ਹੁੰਦੀ, ਸਿਰਫ ਉਹ ਕੀ ਹੈਗਾ, ਇਹ ਸੰਜੋਗ ਦੀ ਕਹਾਣੀ ਹੈ, ਲੱਕ ਦੀ ਕਹਾਣੀ ਹੈ ਕਿ ਕਿਹਦਾ ਕਿਹਦਾ ਨੰਬਰ ਆਏਗਾ। ਤਾਂ ਕਹਿਣ ਦਾ ਮਤਲਬ ਕੀ ਹੈ, ਅਸੀਂ ਰੈਂਡਮ ਸੈਂਪਲਿੰਗ ਦੇ ਵਿੱਚ ਚੁਣਦੇ ਹਾਂ ਕਿ ਕਿਸੇ ਦਾ ਵੀ ਮਤਲਬ ਸਭ ਦਾ ਅਸੀਂ ਸੋਚਦੇ ਹਾਂ ਕਿ ਹਾਂ ਸਭ ਦਾ ਜਿਹੜਾ ਹੈ ਆਏਗਾ। ਸੋ ਇਹਦੇ ਵਿੱਚ ਰੈਂਡਮ ਸੈਂਪਲਿੰਗ ਦੇ ਵਿੱਚ ਕਈ ਵਾਰ ਜਿਹੜੀ ਹੈ ਲੋਟਰੀ ਮੈਥਡ, ਟਿੱਪਟ ਮੈਥਡ ਅਤੇ ਗ੍ਰਿਡ ਮੈਥਡ ਵੀ ਯੂਜ਼ ਕੀਤਾ ਜਾਂਦਾ ਹੈ। ਫੋਰਥ ਹੈ ਕਰਮ ਸੂਚੀ, ਠੀਕ ਹੈ, ਕਰਮ ਸੂਚੀ ਵੀ ਹੈ ਲੇਕਿਨ ਇਹ ਯੂਜ਼ ਨਹੀਂ ਹੁੰਦੀ। ਤਾਂ ਲੋਟਰੀ ਮੈਥਡ ਦੇ ਵਿੱਚ ਕੀ ਹੈਗਾ, ਜਦੋਂ ਕੀ ਹੈ ਨੰਬਰਿੰਗ, ਲਾਈਕ ਅਸੀਂ ਪੰਜਾਬ ਦੇ ਵਿੱਚ ਅਸੀਂ ਸਟੱਡੀ ਕਰਨੀ ਹੈ, ਪੰਜਾਬ 'ਚ ਅਸੀਂ ਚਾਹੁੰਦੇ ਹਾਂ ਕਿ ਬਈ ਇੱਕ ਸਾਰੇ ਸਿਟੀਜ਼ ਦਾ, ਸਾਰੇ ਵਿਲੇजेस ਦਾ ਨਾਮ ਪਤਾ, ਤਾਂ ਉਹਦੇ ਵਿੱਚੋਂ ਬਾਰ-ਬਾਰ ਪਰਚੀ ਚੱਕ ਕੇ ਜਿਹੜੀ ਹੈ, ਅਗਰ ਤਾਂ ਦੋ ਸਿਟੀਜ਼ ਆ ਗਈਆਂ, 2 ਵਿਲੇजेस ਆ ਗਈਆਂ, ਲਾਈਕ ਅਸੀਂ ਸਾਨੂੰ 2-2 ਚਾਹੀਦੇ ਤਾਂ ਅਸੀਂ 2-2 ਰੱਖ ਲਈਆਂ। ਅਗਰ ਸਾਨੂੰ 5-5 ਵਿਲੇजेस, 5-5 ਸਿਟੀਜ਼ ਚਾਹੀਦੀਆਂ ਤਾਂ ਅਸੀਂ ਜਿਹੜੀ ਹੈਗੀ ਹੈ ਇੱਦਾਂ ਲੋਟਰੀ ਕੱਢ ਲਾਂਗੇ ਕਿ ਸਾਨੂੰ ਇਸ ਏਰੀਆ ਦੀ ਲੋੜ ਹੈ। ਤਾਂ ਮਤਲਬ ਇਹਦੇ ਵਿੱਚ ਜਿਹੜਾ ਲੱਕ ਸਾਹਮਣੇ ਆ ਗਿਆ ਹੈ ਨਾ, ਜਿਸ ਦਾ ਲੱਕ ਆ ਗਿਆ, ਲੋਟਰੀ ਨਿਕਲ ਗਈ ਜਿਸ ਏਰੀਆ ਦੀ, ਉਹ ਜਿਹੜਾ ਹੈਗਾ ਅਸੀਂ ਚੁਣ ਲੈਂਦੇ ਹਾਂ। ਸੋ ਇਹਦੇ ਵਿੱਚ ਜਿਹੜਾ ਹੈ ਮਿਹਨਤ ਲੱਗਦੀ ਹੈਗੀ ਹੈ ਕਿ ਕਾਫੀ ਕੁਝ ਲਿਖਣਾ ਪੈਂਦਾ, ਟਾਈਮ ਵੇਸਟ ਹੁੰਦਾ ਅਤੇ ਪੈਸੇ ਵੀ ਵੇਸਟ ਹੁੰਦੇ, ਪੈਸੇ ਤਾਂ ਨਹੀਂ, ਪਰਚੀਆਂ ਵੇਸਟ ਹੁੰਦੀਆਂ, ਪੇਪਰ ਵੇਸਟ ਹੁੰਦਾ ਹੈ। ਤਾਂ ਟਿੱਪਟ ਮੈਥਡ ਦੇ ਵਿੱਚ ਕੀ ਹੈਗਾ, ਇਹ ਪ੍ਰੋਫੈਸਰ ਟਿੱਪਟ ਨੇ ਰੈਂਡਮ ਸੈਂਪਲਿੰਗ ਲਈ ਬਣਾਇਆ ਸੀਗਾ, ਪਰ ਜ਼ਿਆਦਾਤਰ ਇਹ ਜਿਹੜੀ ਹੈਗੀ ਇਹਦੇ ਵਿੱਚ ਪਰਚੀਆਂ ਦੀ ਲੋੜ ਨਹੀਂ ਹੁੰਦੀ, ਰੈਂਡਮ ਜੀ ਟੈਕਨੀਕ ਹੁੰਦੀ ਹੈ। ਇਹਦੇ ਵਿੱਚ ਕੀ ਹੁੰਦਾ ਕਿ ਟਿੱਪਟ ਦੇ ਨੰਬਰਸ ਲਿਖੇ ਹੋਏ ਨੇ, ਇਹਦੇ ਵਿੱਚੋਂ ਲਾਈਕ ਅਸੀਂ 20 ਦੇ ਉੱਤੇ ਸਟੱਡੀ ਕਰਨੀ ਹੈ ਜਾਂ 50 ਦੇ ਉੱਤੇ, ਤਾਂ ਅਸੀਂ ਪਹਿਲੇ ਜਿਹੜੇ ਹੈਗੇ ਜਾਂ ਤਾਂ ਇੱਦਾਂ ਚੁਣ ਲਓ ਜਾਂ ਇੱਦਾਂ ਚੁਣ ਲਓ। ਤਾਂ ਪਹਿਲੇ ਜਿਹੜੇ ਹੈਗੇ, ਪਹਿਲੇ 50-60 ਨੰਬਰ ਜਿਹੜੇ ਅਸੀਂ ਇੱਦਾਂ ਚੁਣ ਲਾਂਗੇ, ਜਾਂ ਫਿਰ ਜਿਹੜੇ ਹੈ ਅਸੀਂ ਇਸ ਟੈਕਨੀਕ ਦੀ ਯੂਜ਼ ਕਰਾਂਗੇ, ਲਾਈਕ ਅਸੀਂ ਇੱਧਰੋਂ ਦੀ 3 4 5 6 12 ਹੋ ਗਏ, ਇੱਥੇ 18 ਹੋ ਗਏ ਹੈ ਨਾ, ਇੱਥੇ 24 ਹੋ ਗਏ, 36 ਹੋ ਗਏ, 48। ਸੋ ਇੱਦਾਂ ਜਿਹੜਾ ਹੈਗਾ ਅਸੀਂ ਪਹਿਲੇ ਜਿਹੜੇ ਵੀ ਸਾਨੂੰ ਨੰਬਰ ਲੱਗਦੇ ਨੇ ਅਸੀਂ ਉਹ ਚੁਣ ਲੈਣੇ ਆ, ਚਾਹੇ ਪਿੱਛੇ ਤੋਂ ਚੁਣ ਲਈਏ ਚਾਹੇ ਅੱਗੇ ਤੋਂ ਚੁਣ ਲਈਏ। ਇਹਨੂੰ ਟਿੱਪਟ ਮੈਥਡ ਕਹਿੰਦੇ ਆ। ਗ੍ਰਿਡ ਦਾ ਮਤਲਬ ਕੀ ਹੋ ਗਿਆ ਕਿ ਇੱਕ ਤਾਂ ਪਹਿਲਾਂ ਇਹਦਾ ਪੂਰਾ ਨਕਸ਼ਾ ਤਿਆਰ ਕਰ ਲਿਆ ਜਾਂਦਾ ਹੈ ਕਿ ਲਾਈਕ ਅਸੀਂ ਪੰਜਾਬ ਦਾ ਨਕਸ਼ਾ ਤਿਆਰ ਕਰ ਲਿਆ, ਠੀਕ ਹੈ, ਕਿ ਪੰਜਾਬ ਹੈ। ਉਸ ਤੋਂ ਬਾਅਦ ਜਿਹੜਾ ਹੈਗਾ ਅਸੀਂ ਸ਼ੀਟ ਲਈ ਜਾਂਦੀ ਹੈ, ਅਤੇ ਜਿੱਥੇ ਜਿਹੜਾ ਹੈ ਇੱਕ ਐਸੀ ਸ਼ੀਟ ਜਿੱਥੇ ਸਾਰੇ ਖਾਨੇ ਬਣੇ ਹੁੰਦੇ, ਤਾਂ ਅਸੀਂ ਜਿਹੜਾ ਹੈ ਜਿਹੜੇ ਵੀ 30 ਖਾਨੇ ਚੁਣ ਲੈਣੇ, ਤਾਂ ਉਹ ਜਿਹੜੇ ਹੈਗੇ ਅਸੀਂ ਟਰਾਂਸਪੇਰੈਂਟ ਨਕਸ਼ੇ ਦੇ ਉੱਤੇ ਜਿਹੜੇ ਹੈਗੇ ਚੁਣ ਲੈਣੇ। ਗ੍ਰਿਡ ਦਾ ਮਤਲਬ ਕੀ ਹੈ ਕਿ ਗ੍ਰਿਡਸ ਬਣਾ ਲੈਂਦੇ ਹਾਂ, ਤਾਂ ਗ੍ਰਿਡਸ ਦੇ ਅਕੋਰਡਿੰਗ ਚੁਣ ਲੈਂਦੇ ਹਾਂ, ਠੀਕ ਹੈ। ਤਾਂ ਕਰਮ ਸੂਚੀ ਜਿਹੜੀ ਸੀਗੀ ਉਹਦੇ ਵਿੱਚ ਲਾਈਕ ਅਸੀਂ 7ਵੇਂ ਨੰਬਰ 'ਤੇ ਜਿਹੜਾ ਆ ਰਿਹਾ, 17ਵੇਂ ਨੰਬਰ 'ਤੇ ਆ ਰਿਹਾ, 27ਵੇਂ ਨੰਬਰ 'ਤੇ ਆ ਰਿਹਾ, ਤਾਂ ਇੱਦਾਂ ਚੁਣ ਲੈਂਦੇ ਹਾਂ। ਨਹੀਂ ਤਾਂ ਅਸੀਂ 3, ਠੀਕ ਹੈ, 3 ਤੋਂ ਬਾਅਦ 'ਚ ਅਸੀਂ ਲਾਈਕ 6 ਚੁਣ ਲਿਆ, ਫਿਰ 9 ਚੁਣ ਲਿਆ, ਮਤਲਬ 3-3 ਕਰਕੇ ਚੁਣ ਲੈਂਦੇ ਹਾਂ। ਤਾਂ ਇੱਦਾਂ ਇਹ ਯੂਜ਼ ਕੀਤਾ ਜਾਂਦਾ। ਉਸ ਤੋਂ ਬਾਅਦ 'ਚ ਯੂਜ਼ ਆਫ ਰੈਂਡਮ ਸੈਂਪਲਿੰਗ ਮੈਥਡ। ਰੈਂਡਮ ਸੈਂਪਲਿੰਗ ਮੈਥਡ ਦੇ ਵਿੱਚ ਜਿਹੜੀ ਹੈਗੀ ਹੈ ਨਿਰਪੱਖਤਾ ਹੁੰਦੀ ਹੈਗੀ ਹੈ, ਹਰੇਕ ਦੀ ਸੰਭਾਵਨਾ ਹੁੰਦੀ ਹੈ। ਰੈਂਡਮ ਸੈਂਪਲਿੰਗ ਦੇ ਵਿੱਚ ਚਾਹੇ ਤੁਸੀਂ ਲੋਟਰੀ ਮੈਥਡ ਯੂਜ਼ ਕਰ ਰਹੇ ਹੋ, ਚਾਹੇ ਟਿੱਪਟ, ਚਾਹੇ ਗ੍ਰਿਡ, ਤਾਂ ਹਰੇਕ ਦਾ ਬਾਈ ਲੱਖ ਜਿਹਦੀ ਕਿਸਮਤ ਹੈਗੀ ਹੈ ਕਿ ਜਿਹੜੇ ਏਰੀਏ ਦੀ ਉਹ ਸਾਡੀ ਚੋਣ ਦੇ ਵਿੱਚ ਸ਼ਾਮਿਲ ਹੋ ਜਾਂਦਾ। ਤਾਂ ਕਿਉਂਕਿ ਸਾਰੇ ਯੂਨੀਵਰਸ 'ਚ ਹਰੇਕ ਗੁਣ ਹੈ, ਤਾਂ ਅਸੀਂ ਆਪਣਾ ਯੂਨੀਵਰਸ ਚੁਣ ਕੇ ਜਿਹੜਾ ਹੈਗਾ ਇੱਦਾਂ ਕਰ ਸਕਦੇ ਹਾਂ। ਗਲਤੀਆਂ ਹੋਣ ਦੀ ਸੰਭਾਵਨਾ ਨਹੀਂ ਰਹਿੰਦੀ, ਸਰਲ ਹੈਗੀ ਹੈ, ਧਨ, ਮਿਹਨਤ ਅਤੇ ਸਮੇਂ ਦੀ ਬੱਚਤ ਹੁੰਦੀ ਹੈ। ਪਰ ਮਿਸਯੂਜ਼ਸ ਇਹੀ ਹੈਗੇ ਕਿ ਸਾਡਾ ਰਿਸਰਚਰ ਦਾ ਜਿਹੜਾ ਹੈ ਇੰਟਰਸਟ ਇਹਦੇ ਵਿੱਚ ਨਹੀਂ ਹੁੰਦਾ ਹੈਗਾ, ਕਿਉਂਕਿ ਅਸੀਂ ਆਪਣੀ ਰੁਚੀ ਦੇ ਅਕੋਰਡਿੰਗ ਨਹੀਂ ਚੁਣ ਸਕਦੇ। ਟਿੱਪਟ ਮੈਥਡ ਰਾਹੀਂ ਚੁਣਾਂਗੇ, ਲੋਟਰੀ ਮੈਥਡ, ਕੀ ਪਤਾ ਸਾਡੇ ਇੰਟਰਸਟ ਦਾ ਏਰੀਆ ਨਾ ਆਵੇ। ਹੋ ਸਕਦਾ ਕਿ ਅਸੀਂ ਜਿਹੜਾ ਹੈਗਾ ਭੁੰਨਰਹੇੜੀ ਸਾਈਡ ਜਾਂ ਫਿਰ ਅਸੀਂ ਸਮਾਣਾ ਸਾਈਡ ਸਟੱਡੀ ਕਰਨਾ ਚਾਹੁੰਦੇ ਹੋਈਏ ਅਤੇ ਨਾ ਉਹ ਏਰੀਆਜ਼ ਆਉਣ, ਤਾਂ ਇੱਦਾਂ ਜਿਹੜਾ ਹੈਗਾ ਪਰਿਣਾਮ ਵੀ ਜਿਹੜੇ ਹੈਗੇ ਮੁਸ਼ਕਿਲ ਹੋ ਜਾਂਦੇ ਨੇ ਕੱਢਣੇ, ਅਤੇ ਨਾਲ ਹੀ ਜਿਹੜਾ ਹੈ ਬ੍ਰਹਿਮੰਡ ਬਹੁਤ ਵਿਸ਼ਾਲ ਹੁੰਦਾ। ਫਿਰ ਉਸ ਤੋਂ ਬਾਅਦ 'ਚ ਆਪਾਂ ਨੇ ਪ੍ਰੋਬੇਬਿਲਿਟੀ ਸੈਂਪਲਿੰਗ ਦੇ ਵਿੱਚ ਅਸੀਂ ਕੀਤੀ ਸਿੰਪਲ ਰੈਂਡਮ ਸੈਂਪਲ ਅਤੇ ਉਹਦੇ ਅਗਲੇ ਮੈਥਡ, ਫਿਰ ਅਸੀਂ ਕਰਾਂਗੇ ਸਟ੍ਰੈਟੀਫਾਈਡ ਰੈਂਡਮ ਸੈਂਪਲ। ਤਾਂ ਇਹਨਾਂ ਦੀਆਂ ਅੱਗੇ ਟਾਈਪਸ ਨਹੀਂ ਹੈਗੀਆਂ। ਤਾਂ ਸਟ੍ਰੈਟੀਫਾਈਡ ਸੈਂਪਲ ਮੈਥਡ ਕੀ ਹੁੰਦਾ ਹੈ, ਇਸ ਦੇ ਵਿੱਚ ਯੂਨੀਵਰਸ ਦੀ ਹਰੇਕ ਇਕਾਈ ਨੂੰ ਜਿਹੜਾ ਹੈਗਾ, ਇਸ ਦੇ ਵਿੱਚ ਕੀ ਹੁੰਦਾ ਹੈਗਾ, ਹਰੇਕ ਇਕਾਈ ਜਿਹੜੀ ਹੁੰਦੀ ਹੈ ਉਸ ਨੂੰ ਚੁਣਨ ਦਾ ਜਿਹੜਾ ਹੈ ਮੌਕਾ ਦਿੱਤਾ ਜਾਂਦਾ, ਵੱਖ-ਵੱਖ ਵਰਗਾਂ ਦੇ ਵਿੱਚ ਵੰਡ ਦਿੱਤਾ ਜਾਂਦਾ ਹੈ। ਮਿੱਥੀਆਂ ਹੋਈਆਂ ਇਕਾਈਆਂ ਜਿਹੜੀਆਂ ਹੈਗੀਆਂ ਚੁਣ ਲਈਆਂ ਜਾਂਦੀਆਂ। ਤਾਂ ਇਸ ਦੇ ਵਿੱਚ ਕੀ ਹੈ, ਲਾਈਕ ਰੈਂਡਮ ਦੇ ਵਿੱਚ ਤਾਂ ਕੀ ਸੀ, ਜਿਹੜਾ ਚੱਕਿਆ ਗਿਆ, ਜਿਹਦੀ ਲੱਕ ਹੋ ਗਿਆ, ਚੱਲ ਪਿਆ, ਉਹ ਲੈ ਲਿਆ। ਸਟ੍ਰੈਟੀਫਾਈਡ ਦੇ ਵਿੱਚ ਕੀ ਹੋਏਗਾ, ਅਸੀਂ ਕੀ ਹੈਗਾ ਲੇਅਰਸ ਦੇ ਵਿੱਚ ਵੰਡ ਦਿੰਦੇ ਹਾਂ, ਠੀਕ ਹੈ, ਕਿ ਸਾਨੂੰ ਕਿਹੜੀ ਕਿਹੜੀ ਚੀਜ਼ ਚਾਹੀਦੀ ਹੈ। ਸੋ ਆਪਣੇ ਮਿੱਥੇ ਅਕੋਰਡਿੰਗ ਜਿਹੜਾ ਹੈ ਅਸੀਂ ਆਪਣੀ ਮਰਜ਼ੀ ਦੇ ਅਨੁਸਾਰ ਜਿਹੜਾ ਹੈ ਸੈਂਪਲ ਪ੍ਰਾਪਤ ਕਰਦੇ ਹਾਂ। ਲਾਈਕ ਅਸੀਂ ਜਿਵੇਂ ਮੈਂ ਤੁਹਾਨੂੰ ਦੱਸ ਕੇ ਹਟੀ ਹਾਂ ਕਿ ਮੈਂ ਸਕੂਲ ਸੁਣੇ ਵੀ ਇੰਨੇ ਪਿੰਡ ਦੇ ਹੋਣੇ ਚਾਹੀਦੇ ਨੇ, ਇੰਨੇ ਸ਼ਹਿਰ ਦੇ ਹੋਣੇ ਚਾਹੀਦੇ ਆ। ਜਿਵੇਂ ਮੈਂ ਆਪਣੇ ਯੂਨੀਵਰਸਿਟੀ ਵਿੱਚ 100 ਇੰਜੀਨੀਅਰ, 70 ਡਾਕਟਰ 'ਤੇ ਸਟੱਡੀ ਕਰਨੀ ਹੈ, ਤਾਂ 70 ਡਾਕਟਰ ਹੋਣਗੇ, 50 ਫੋਰਮੈਨ ਤਾਂ ਬਣੇ, ਮਤਲਬ ਅਸੀਂ ਜਿਹੜਾ ਹੈਗਾ ਲਾਈਕ ਇੰਨੇ ਪੰਜਾਬ ਦੇ ਵਿੱਚ ਲਾਈਕ 100 ਡਾਕਟਰਸ ਨੇ,
ਤਾਂ ਅਗਰ ਮੈਂ ਡਾਕਟਰ ਦੀ ਚੋਣ ਕਰਨੀ ਹੈਗੀ ਕਿ ਹਾਂ ਮੈਂ ਡਾਕਟਰਸ ਦੀ ਜਿਹੜੀ ਹੈਗੀ ਸੋਸ਼ਲ ਰਿਸਰਚ ਕਰਨੀ, ਤਾਂ ਮੈਂ ਕੁੱਲ ਡਾਕਟਰ ਜਿਹੜੇ ਹੈਗੇ 10 ਚੁਣ ਲਾਂਗੀ, 10% ਇਹਦੇ ਵਿੱਚੋਂ ਲੈ ਲਿਆ। ਅਗਰ ਮੈਂ ਲਾਈਕ ਆਪਣੇ ਪੰਜਾਬ ਦੇ ਵਿੱਚ 400 ਟੀਚਰਸ ਹੈ, ਠੀਕ ਹੈ, ਵੈਸੇ ਤਾਂ ਜ਼ਿਆਦਾ ਲੇਕਿਨ 400 ਟੀਚਰਸ ਹੈ, ਤਾਂ ਇਹਦਾ ਮੈਂ 10% ਲੈ ਲਾਂਗੀ। ਤਾਂ ਇੱਦਾਂ ਜਿਹੜੀ ਹੈ ਮੈਂ ਆਪਣੀ ਸਟੱਡੀ ਕੰਪਲੀਟ ਕਰ ਲਾਂਗੀ ਇੱਕ ਲੇਅਰਸ 'ਚ ਵੰਡ ਕੇ, ਕਿ ਮੈਂ 10% ਚੱਕਣਾ ਜਿੰਨੀ ਵੀ ਪੋਪੂਲੇਸ਼ਨ ਹੈਗੀ ਆ, ਜਿੰਨਾ ਯੂਨੀਵਰਸ ਹੈਗਾ ਤਾਂ ਉਹਦਾ ਮੈਂ 10% ਲੈਣਾ। ਤਾਂ ਇੱਦਾਂ ਜਿਹੜਾ ਹੈਗਾ ਮੈਂ ਪੂਰੇ ਦੇ ਵਿੱਚੋਂ ਜਿਹੜਾ 10% ਕੱਢ ਲਾਂਗੀ। ਤਾਂ ਇਸ ਨੂੰ ਸਿੰਪਲ ਰੈਂਡਮ ਸੈਂਪਲਿੰਗ ਕਹਿੰਦੇ ਨੇ। ਇਹਦੇ ਵਿੱਚ ਪ੍ਰਪੋਰਸ਼ਨੇਟ, ਡਿਸਪ੍ਰਪੋਰਸ਼ਨੇਟ ਅਤੇ ਵੇਟਡ ਸਟੈਟੀਫਾਈਡ ਸੈਂਪਲਿੰਗ ਵੀ ਆਉਂਦੀ ਹੈ। ਤਾਂ ਪ੍ਰਪੋਰਸ਼ਨੇਟ ਕੀ ਹੋ ਗਿਆ ਕਿ ਪ੍ਰਪੋਰਸ਼ਨ ਦੇ ਹਿਸਾਬ ਨਾਲ, ਠੀਕ ਹੈ। ਲਾਈਕ ਆਪਾਂ ਪ੍ਰਪੋਰਸ਼ਨ ਕਰ ਲਿਆ, ਜੇ 10 ਅਸੀਂ ਸੈਂਪਲ 10 ਦਾ ਚੁਣਨਾ ਤਾਂ ਉਹਦੇ ਵਿੱਚੋਂ 5 ਲੜਕੀਆਂ ਤੇ 5 ਲੜਕੇ, ਠੀਕ ਹੈ, 5-5 ਦੇ ਅਨੁਪਾਤ ਦੇ ਵਿੱਚ ਵੰਡਿਆ। ਸੋ ਇੱਦਾਂ ਦਾ, ਠੀਕ ਹੈ। ਉਸ ਤੋਂ ਬਾਅਦ ਹੈ ਡਿਸਪ੍ਰਪੋਰਸ਼ਨੇਟ। ਇਹਦੇ ਵਿੱਚ ਕੀ ਹੈਗਾ, ਸੰਖਿਆ ਮੈਟਰ ਨਹੀਂ ਕਰਦੀ ਹੈਗੀ। ਤਾਂ ਮਤਲਬ ਕਿ ਅਸੀਂ ਵਰਗ ਦੇਖ ਕੇ ਜਿਹੜਾ ਹੈਗਾ, ਅਸੀਂ 20 ਸੈਂਪਲ ਲੈਣੇ ਤਾਂ ਸਾਰੇ ਵਰਗਾਂ ਦੇ ਵਿੱਚੋਂ 20 ਹੀ ਸੈਂਪਲ ਲੈਣੇ। ਤਾਂ ਡਿਸਪ੍ਰਪੋਰਸ਼ਨੇਟ ਹੁੰਦੇ, ਪ੍ਰਪੋਰਸ਼ਨੇਟ ਅਸੀਂ ਨਹੀਂ ਦੇਖਦੇ ਹੈਗੇ। ਤਾਂ ਇਹਦੇ ਵਿੱਚ ਜਿਹੜਾ ਹੈਗਾ ਅਸੀਂ ਪ੍ਰਪੋਰਸ਼ਨ ਦੇਖਦੇ ਹਾਂ, 5-4 ਦਾ ਵੀ ਹੋ ਸਕਦਾ ਹੈ, 5-7 ਦਾ ਵੀ, ਕੋਈ ਵੀ ਹੋ ਸਕਦਾ। ਤਾਂ ਵੇਟਡ ਦਾ ਮਤਲਬ ਕੀ ਹੁੰਦਾ ਹੈਗਾ ਕਿ ਹਰ ਵਰਗ ਦੀਆਂ ਇਕਾਈਆਂ ਵਿੱਚੋਂ ਇੱਕੋ ਸੰਖਿਆ ਦੀ ਚੋਣ ਕੀਤੀ ਜਾਂਦੀ ਹੈ, ਪਰ ਉਹਨਾਂ ਦਾ ਜਿਹੜਾ ਹੈ ਵੱਧ ਸੰਖਿਆ ਹੋਣ ਦੇ ਉੱਤੇ ਇਕਾਈਆਂ ਦਾ ਭਾਰ ਦੇਖ ਕੇ ਉਹਨਾਂ ਦਾ ਪ੍ਰਭਾਵ ਵਧਾ ਦਿੱਤਾ ਜਾਂਦਾ। ਸੋ ਇਹ ਮੈਥਡ ਨਹੀਂ ਯੂਜ਼ ਕੀਤਾ ਜਾਂਦਾ। ਮੇਨਲੀ ਪ੍ਰਪੋਰਸ਼ਨੇਟ ਅਤੇ ਡਿਸਪ੍ਰਪੋਰਸ਼ਨੇਟ ਸੈਂਪਲ ਯੂਜ਼ ਕੀਤਾ ਜਾਂਦਾ। ਪ੍ਰਪੋਰਸ਼ਨੇਟ ਉੱਥੇ ਯੂਜ਼ ਕੀਤਾ ਜਾਂਦਾ ਹੈ ਜਿੱਥੇ ਜਿਹੜੀ ਹੈਗੀ ਜਨਸੰਖਿਆ ਬਹੁਤ ਜ਼ਿਆਦਾ ਹੁੰਦੀ ਹੈ। ਮੈਰਿਟਸ ਕੀ ਹੈਗੇ ਨੇ ਸਟੈਟੀਫਾਈਡ ਸੈਂਪਲਿੰਗ ਦੇ, ਇਹ ਰੈਂਡਮ ਸੈਂਪਲਿੰਗ ਦੀ ਬਜਾਏ ਜ਼ਿਆਦਾ ਨਿਪੁੰਨ ਹੁੰਦੀ ਹੈ, ਕਿਉਂਕਿ ਜਿਹੜੀ ਹੈ ਸਾਡੇ ਆਪਣੇ ਇੰਟਰਸਟ ਦੀ ਹੁੰਦੀ ਹੈ ਅਤੇ ਸੰਭਾਵਨਾ ਜ਼ਿਆਦਾ ਹੁੰਦੀ ਹੈਗੀ ਹੈ ਇਹਦੇ ਵਿੱਚ ਕਿ ਰਿਜ਼ਲਟਸ ਅੱਛੇ ਆਉਣਗੇ। ਲੇਕਿਨ ਜਿਹੜੀ ਹੈਗੀ ਹੈ ਰੈਂਡਮ ਸੈਂਪਲਿੰਗ ਦੇ ਵਿੱਚ ਜਿਹੜਾ ਹੈਗਾ ਤਰੁੱਟੀਆਂ ਆਉਂਦੀਆਂ ਨੇ। ਇਹਦੇ ਵਿੱਚ ਸ਼ੁੱਧਤਾ ਪਾਈ ਜਾਂਦੀ ਹੈ। ਹੁਸ਼ਿਆਰੀ ਨਾਲ ਕੰਮ ਕੀਤਾ ਜਾਏ ਤਾਂ ਸਾਰੇ ਬ੍ਰਹਿਮੰਡ ਨੂੰ ਜਿਹੜਾ ਹੈਗਾ ਅਸੀਂ ਰਿਪਰਜੈਂਟ ਕਰ ਸਕਦੇ ਹਾਂ ਸਾਡਾ ਸੈਂਪਲ। ਤਾਂ ਆਸਾਨੀ ਨਾਲ ਅਸੀਂ ਇਹਨਾਂ ਇਕਾਈਆਂ ਦਾ ਜਿਹੜਾ ਹੈਗਾ ਸੰਪਰਕ ਕਰ ਸਕਦੇ ਹਾਂ। ਧਨ, ਸਮਾਂ ਅਤੇ ਸ਼ਕਤੀ ਦੀ ਬਚਤ ਹੋ ਜਾਂਦੀ ਹੈ। ਅਤੇ ਜੇ ਕਿਸੇ ਵਿਅਕਤੀ ਨਾਲ ਸੰਪਰਕ ਨਹੀਂ, ਲਾਈਕ ਮੈਨੂੰ ਕਿਸੇ ਸਕੂਲ ਦੇ ਵਿੱਚ ਲਾਈਕ ਮੈਨੂੰ ਗਰਲਸ ਜਿਹੜੀਆਂ ਨੇ ਬਹੁਤ ਘੱਟ ਹੈ, ਲਾਈਕ 9th ਕਲਾਸ 'ਚ ਗਰਲਸ ਬਹੁਤ ਘੱਟ ਹੈ, ਤਾਂ ਮੈਂ ਜਿਹੜੀ ਹੈਗੀ ਕਿਸੇ ਹੋਰ ਸਕੂਲ 'ਚ ਜਾ ਕੇ ਵੀ ਜਿਹੜੀ ਹੈਗੀ ਹੈ ਉਹ ਸੈਂਪਲ ਲੈ ਸਕਦੀ ਹਾਂ, ਠੀਕ ਹੈ। ਤਾਂ ਇੱਦਾਂ ਜਿਹੜਾ ਹੈਗਾ ਮੈਂ ਪ੍ਰਮਾਣ 'ਤੇ ਕੋਈ ਅਸਰ ਜਿਹੜਾ ਹੈ ਰਿਜ਼ਲਟਸ 'ਤੇ ਨਹੀਂ ਪੈਣ ਦੇਵਾਂਗੀ। ਡੀਮੈਰਿਟਸ ਆਫ ਸਟੈਟੀਫਾਈਡ ਸੈਂਪਲ, ਤਾਂ ਡੀਮੈਰਿਟਸ ਵੀ ਬਹੁਤ ਜ਼ਿਆਦਾ ਨੇ ਕਿ ਇੱਕ ਛੋਟਾ ਜਿਹਾ ਸੈਂਪਲ ਜਿਹੜਾ ਹੈਗਾ ਪੂਰੇ ਗਰੁੱਪ ਨੂੰ ਰਿਪਰਜੈਂਟ ਯੂਨੀਵਰਸ ਨੂੰ ਨਹੀਂ ਕਰ ਸਕਦਾ। ਜੇ ਆਕਾਰਾਂ 'ਚ ਭਿੰਨਤਾ ਹੈਗੀ ਹੈ ਤਾਂ ਤੁਸੀਂ ਪ੍ਰਪੋਰਸ਼ਨੇਟ ਉਹਨੂੰ ਕਿਵੇਂ ਕਰੋਗੇ। ਭਾਰ ਜਿਹੜਾ ਹੈਗਾ ਜਿਹੜੀ ਆਪਣੀ ਵੇਟਡ ਸਟੈਟੀਫਾਈਡ ਸੈਂਪਲਿੰਗ ਆ ਉਹਦੇ ਵਿੱਚ ਭਾਰ ਦਾ ਪ੍ਰਯੋਗ ਕੀਤਾ ਜਾਂਦਾ। ਸੋ ਇਹ ਪੱਖਪਾਤ ਵਾਲਾ ਰਵੱਈਆ ਵੀ ਜਿਹਦੇ ਜ਼ਿਆਦਾ ਸੈਂਪਲ ਹੋ ਗਿਆ ਤਾਂ ਉਸੇ ਦੇ ਨੂੰ ਆਪਾਂ ਰਿਪਰਜੈਂਟ ਕਰਨੇ ਕਿ ਹਾਂਜੀ ਇਹਦਾ ਵੇਟ ਜ਼ਿਆਦਾ ਹੈ। ਵੇਟ ਜ਼ਿਆਦਾ ਦਾ ਮਤਲਬ ਲਾਈਕ ਜਿੱਥੇ ਲਾਈਕ ਪਟਿਆਲਾ ਏਰੀਆ ਦੇ ਵਿੱਚ 10 ਅਗਰ ਸੀਨੀਅਰ ਸੈਕੰਡਰੀ ਸਕੂਲਸ ਹੈਗੇ ਆ ਤਾਂ ਅਸੀਂ ਪਟਿਆਲਾ ਅਤੇ ਨਾਭਾ ਦਾ ਕੰਪੈਰੀਜ਼ਨ ਕਰ ਰਹੇ ਹਾਂ, ਜਾਂ ਫਿਰ ਅਸੀਂ ਪਟਿਆਲਾ ਅਤੇ ਫਤਿਹਗੜ੍ਹ ਸਾਹਿਬ ਦਾ ਅਗਰ ਕਰ ਰਹੇ ਹਾਂ, ਤਾਂ ਲਾਈਕ ਅਗਰ ਪਟਿਆਲਾ 'ਚ ਜ਼ਿਆਦਾ ਸਕੂਲ ਨੇ ਤਾਂ ਆਪਾਂ ਪਟਿਆਲੇ ਦਾ ਵੇਟ ਜਿਹੜਾ ਹੈ ਜ਼ਿਆਦਾ ਵਧਾ ਦਾਂਗੇ ਤਾਂ ਉਸਨੂੰ ਜਿਹੜਾ ਹੈ ਰਿਪਰਜੈਂਟ ਕਰਾਂਗੇ, ਫਤਿਹਗੜ੍ਹ ਸਾਹਿਬ ਨੂੰ ਨਹੀਂ ਕਰਾਂਗੇ। ਤਾਂ ਹੋ ਸਕਦਾ ਹੈ ਕਿ ਇਹਦੇ ਵਿੱਚ ਬਾਇਸਨੈਸ ਆ ਜਾਵੇ। ਫਿਰ ਉਸ ਤੋਂ ਬਾਅਦ ਹੈ ਕਲਸਟਰ ਸੈਂਪਲਿੰਗ। ਤਾਂ ਕਲਸਟਰ ਸੈਂਪਲਿੰਗ ਜਿਹੜੀ ਹੈਗੀ ਹੈ ਇਹਦੇ ਵਿੱਚ ਹੈ ਕਲਸਟਰ ਮਤਲਬ ਬਹੁਤ ਹੀ ਜ਼ਿਆਦਾ ਮਲਟੀ ਸਟੇਜ ਵਾਲੀ ਜਿਹੜੀ ਹੈ ਸੈਂਪਲਿੰਗ। ਸੋ ਮਲਟੀ ਸਟੇਜ ਸੈਂਪਲਿੰਗ ਵੀ ਇਹਨੂੰ ਕਿਹਾ ਜਾਂਦਾ ਹੈ। ਇਸ ਦੇ ਵਿੱਚ ਕੀ ਹੈਗੇ ਰੈਂਡਮਲੀ ਜਾਂ ਸੰਯੋਗ ਦੇ ਨਾਲ ਦੋਨਾਂ ਦੇ ਨਾਲ ਕੀਤੀ ਜਾਂਦੀ ਹੈ। ਇਸ ਦੇ ਵਿੱਚ ਕੀ ਹੁੰਦਾ ਹੈ ਲਾਈਕ ਇੱਕ ਸਟੇਟ ਦੇ ਵਿੱਚ, ਇੱਕ ਰਾਜ ਦੇ ਵਿੱਚ ਅਸੀਂ ਮਿਡਲ ਕਲਾਸ ਵਰਕਿੰਗ ਕਪਲਸ ਨੇ ਉਹਨਾਂ ਦੀਆਂ ਸਮੱਸਿਆਵਾਂ ਦਾ ਜਿਹੜੀ ਹੈਗੀ ਅਸੀਂ ਟੌਪਿਕ ਲਿਆ। ਤਾਂ ਇਹਦੇ ਵਿੱਚੋਂ ਕੀ ਹੋਏਗਾ ਕਿ ਪਹਿਲੀ ਸਟੇਜ ਇਹ ਹੋਏਗੀ ਰੈਂਡਮਲੀ ਅਸੀਂ ਜਿਹੜੀ ਉਹ ਸਟੇਟ ਹੈ ਉਸਦੇ ਕੁਝ ਕੁ ਜ਼ਿਲ੍ਹੇ ਚੁਣ ਲਾਂਗੇ ਅਤੇ ਫਿਰ ਜਿਹੜੇ ਹੈ ਕੁਝ ਪੇਂਡੂ ਚੁਣ ਲਾਂਗੇ, ਕੁਝ ਸ਼ਹਿਰੀ ਚੁਣ ਲਾਂਗੇ। ਉਸ ਤੋਂ ਬਾਅਦ ਤੀਜੀ ਸਟੇਜ 'ਤੇ ਜਿਹੜਾ ਹੈ ਅਸੀਂ ਉਹ ਚੁਣਾਂਗੇ ਕਿ ਮਿਡਲ ਕਲਾਸ ਦੇ ਜਿਹੜੇ ਪਰਿਵਾਰ ਨੇ। ਸੋ ਇੱਦਾਂ ਜਿਹੜਾ ਹੈਗਾ ਅਸੀਂ ਸਟੇਟ, ਪਹਿਲਾਂ ਤਾਂ ਸਟੇਟ ਲਵਾਂਗੇ ਲਾਈਕ ਪੰਜਾਬ ਲੈਣੀ ਹੈ, ਹਰਿਆਣਾ, ਫਿਰ ਉਹਦੇ ਡਿਸਟ੍ਰਿਕਟਸ ਕਿੰਨੇ ਲੈਣੇ, ਰੂਰਲ ਲੈਣੇ ਆ, ਅਰਬਨ ਲੈਣੇ ਇਹਦੇ ਵਿੱਚ, ਫਿਰ ਮਿਡਲ ਕਲਾਸ ਲੈਣੇ ਕਿਉਂਕਿ ਸਾਡਾ ਮੇਨ ਏਰੀਆ ਜਿਹੜਾ ਹੈ ਅਸੀਂ ਮਿਡਲ ਕਲਾਸ 'ਚ ਕਰਨਾ ਹੁੰਦਾ। ਫਿਰ ਅਸੀਂ ਜਿਹੜਾ ਹੈ ਵਰਕਿੰਗ ਕਲਾਸ ਲੈ ਰਹੇ ਹਾਂ ਕਪਲਸ, ਜਾਂ ਨੋਨ ਵਰਕਿੰਗ ਕਪਲਸ ਲੈ ਰਹੇ ਹਾਂ। ਸੋ ਇੱਦਾਂ ਜਿਹੜਾ ਹੈ ਅਸੀਂ ਇਸਨੂੰ ਕਰਾਂਗੇ ਅਤੇ ਇਹ ਅਧਿਐਨ ਦਾ ਬਹੁਤ ਵੱਡਾ ਖੇਤਰ ਜਿਹੜਾ ਹੈ ਕਵਰ ਕਰ ਲਿੱਤਾ ਜਾਂਦਾ ਹੈ। ਜਦੋਂ ਬਹੁਤ ਸਾਰੀ ਪੋਪੂਲੇਸ਼ਨ ਦਾ ਅਧਿਐਨ ਕਰਨਾ ਹੋਵੇ ਤਾਂ ਇਹ ਜਿਹੜਾ ਮੈਥਡ ਹੈ ਇਹ ਕੰਮ ਨਹੀਂ ਕਰਦਾ, ਜ਼ਿਆਦਾਤਰ ਇਸਨੂੰ ਨਹੀਂ ਜਿਹੜਾ ਹੈ ਯੂਜ਼ ਕੀਤਾ ਜਾਂਦਾ। ਸੋ ਇਹ ਥੋੜ੍ਹੇ ਜਿਹੇ ਡਾਟੇ ਲਈ ਹੀ ਯੂਜ਼ ਕੀਤਾ ਜਾਂਦਾ ਹੈ। ਸੋ ਹੋਪ ਤੁਹਾਨੂੰ ਵੀਡੀਓ ਸਮਝ ਆ ਗਈ ਹੋਏਗੀ। ਮਿਲਦੇ ਆਪਾਂ ਨਵੇਂ ਵੀਡੀਓ ਦੇ ਨਾਲ। ਧੰਨਵਾਦ।